ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਹਰ ਰੋਜ਼ ਦੀ ਤਰ੍ਹਾਂ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਤਨੂਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁੱਖ ਹੁਣ ਖਬਰਾਂ ਦਾ ਕਰਦੇ ਹਾਂ। ਖਬਰਾਂ ਵੱਲ ਆਈਏ ਤਾਂ ਮਿੰਟੂ ਜੀ ਪਾਇਓ ਚਾਨਣਾ। ਮੈਂ ਤਾਂ ਨਹੀਂ ਜਾਣਦਾ ਸੀ, ਤੁਸੀਂ ਜ਼ਿਆਦਾ ਸਮਾਂ ਤੁਹਾਨੂੰ ਪੱਤਰਕਾਰੀ 'ਚ ਹੋ ਗਿਆ, ਤੁਸੀਂ ਜ਼ਿਆਦਾ ਜਾਣਦੇ ਹੋਵੋਗੇ ਇਸ ਨੂੰ ਡੂੰਘਾਈ ਦੇ ਨਾਲ ਵੀ ਪੰਜਾਬ ਦੇ ਵਿੱਚ ਕਿੱਥੇ ਕੁ ਅਤੇ ਕਿੰਨੇ ਕੁ ਭੰਡਾਰ ਲੁਕੇ ਹੋਏ ਨੇ ਤੇਲ ਤੇ ਸੋਨੇ ਦੇ, ਕਿਉਂਕਿ ਸਰਕਾਰ ਨੇ ਇਸ ਗੱਲ ਦਾ ਦਾਅਵਾ ਪੇਸ਼ ਕੀਤਾ ਹੈ। ਪਾਇਓ ਜ਼ਰਾ ਚਾਨਣਾ ਜੀ। ਬਿਲਕੁਲ ਬਿਲਕੁਲ, ਮੈਂ ਤੁਹਾਨੂੰ ਫੈਕਚੁਅਲੀ ਜਾਣਕਾਰੀ ਦੇਵਾਂਗਾ ਐਂਡ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਮੇਰੇ ਕੋਲ ਇੰਡੀਆ ਗਵਰਨਮੈਂਟ ਦੇ ਤੇ ਸਟੇਟ ਗਵਰਨਮੈਂਟ ਦੇ ਦੋਨਾਂ ਦੇ ਹੀ ਦਸਤਾਵੇਜ਼ ਮੈਂ ਰਿਵੀਲ ਨਹੀਂ ਕਰ ਸਕਦਾ, ਨਹੀਂ ਤਾਂ ਮੈਂ ਕੁਝ ਦਸਤਾਵੇਜ਼ ਮੈਂ ਹੁਣ ਤੋਂ ਥੋੜੀ ਦੇਰ ਬਾਅਦ, ਕਿਉਂਕਿ ਮੇਰੇ ਕੋਲ ਸਮਾਂ ਹੈ, ਮੈਂ ਦੱਸ ਦੇਵਾਂ ਆਡੀਅנס ਨੂੰ। ਕੁਝ ਇੱਕ ਅੱਧ ਦਸਤਾਵੇਜ਼ ਮੈਂ ਪੇਜ ਆਪਦੇ ਤੇ ਪਾ ਦਊਂਗਾ। ਕੁਝ ਦਸਤਾਵੇਜ਼ ਮੈਂ ਹਾਲੇ ਰੋਕ ਰਿਹਾ ਵਾਂ, ਹੋਲਡ ਕਰ ਰਿਹਾ ਵਾਂ ਸਮਾਂ ਆਉਣ ਤੇ, ਕਿਉਂਕਿ ਤੁਹਾਨੂੰ ਪਤਾ ਕੁਝ ਚੀਜ਼ਾਂ ਜਿਹੜੀਆਂ ਨੇ ਕਾਇਦੇ ਦੇ ਮੁਤਾਬਕ ਵਕਤ ਦੇ ਅਨੁਸਾਰ ਹੀ ਡਿਸਕਲੋਜ਼ ਕੀਤੀਆਂ ਜਾਣੀਆਂ ਚਾਹੀਦੀਆਂ। ਸੋ ਮੇਰੇ ਕੋਲ ਦੋਨਾਂ ਹੀ ਗਵਰਨਮੈਂਟਾਂ ਦੇ ਦਸਤਾਵੇਜ਼ ਹਨ, ਕਿਉਂਕਿ ਜਿਵੇਂ ਹੀ ਇਹ ਖਬਰ ਮਿਲੀ ਬਹੁਤ ਵੱਡੀ ਖਬਰ ਹੈ। ਪਰ ਇਸ ਖਬਰ ਵੱਲ ਆਈਏ ਤਾਂ ਮੈਂ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂ ਕਿ ਘੱਗਰ ਦਰਿਆ ਹੈ ਜੀ, ਘੱਗਰ ਦਰਿਆ ਹੈ ਤੇ 2005-6 ਦੇ ਆਸ-ਪਾਸ ਹਿੰਦੁਸਤਾਨ ਟਾਈਮਜ਼ ਦੇ ਵਿੱਚ ਇੱਕ ਵਾਰੀ ਇੱਕ ਰਿਪੋਰਟ ਲੱਗੀ ਸੀਗੀ ਕਿ ਉਦੋਂ ਮਤਲਬ ਕਿ ਬੱਸੀ ਪਠਾਣਾ ਤੱਕ, ਇਸ ਸਾਈਡ ਤੱਕ ਜਦੋਂ ਮਾਨਸੂਨ ਤੋਂ ਬਾਅਦ ਦਰਿਆ ਉਤਰ ਜਾਂਦਾ ਤਾਂ ਕੁਝ ਲੋਕ ਪਾਊਡਰ ਟਾਈਪ ਚੀਜ਼ ਇਕੱਠਾ ਕਰਿਆ ਕਰਦੇ ਸੀ। ਮਤਲਬ ਕਿਹਾ ਜਾਂਦਾ ਸੀ ਕਿ ਉਹਦੇ ਵਿੱਚ ਗੋਲਡ ਦੇ ਕੁਝ ਕੰਕਰ ਹੁੰਦੇ ਆ। ਥੋੜਾ ਚਿਰ ਹੁਣ ਤਾਂ ਤੁਹਾਨੂੰ ਵੈਸੇ ਪੱਤਰਕਾਰੀ 'ਚ ਆਏ ਨੂੰ ਸਮਾਂ ਹੋ ਗਿਆ ਹੈ। ਯਾਦ ਹੈ ਤੁਹਾਨੂੰ 2-3 ਸਾਲ ਪਹਿਲਾਂ ਵੀ ਰੌਲਾ ਪਿਆ ਸੀ ਇਸ ਕਿਸਮ ਦਾ ਕਿ ਸਤਲੁਜ ਦੇ ਵਿੱਚ, ਯਾਦ ਆ ਗਿਆ ਨਾ? ਜੀ ਜੀ ਆਇਆ ਸੀ ਨਾ, ਬਹੁਤ ਵੱਡਾ ਇੱਕ ਅੰਗਰੇਜ਼ੀ ਆਰਟੀਕਲ ਲਿਖਿਆ ਸੀ ਉਹਦੇ ਵਿੱਚ। ਤੋਂ ਮਤਲਬ ਕਿ ਦੋ ਫੈਕਟ ਤੁਹਾਨੂੰ ਇਹ ਮਿਲ ਜਾਣਗੇ ਪਾਸਟ ਦੇ। ਮੌਜੂਦਾ ਸਮੇਂ ਦੇ ਵਿੱਚ ਕੀ ਆ ਕਿ ਜੋ ਅੱਜ ਵਰਿੰਦਰ ਗੋਇਲ ਨੇ ਕਿਹਾ ਕਿ ਸੋਨੇ ਦੇ ਭੰਡਾਰ ਹੈ, ਜਦੋਂ ਸੋਨੇ ਦੇ ਭੰਡਾਰ ਜਾਂ ਤੇਲ ਦੇ ਭੰਡਾਰ ਕਿਹਾ ਤੇ ਇਟ ਮੀਨ ਇਹ ਨਹੀਂ ਹੈ ਕਿ 100% ਉਹੀ ਚੀਜ਼ ਹੈ। ਇਹ ਹੁੰਦਾ ਹੈ ਕਿ ਜੀਓਲੋਜੀਕਲ ਸਰਵੇ ਆਫ ਇੰਡੀਆ ਉਹਦੀ ਖੋਜ ਵੀ ਨੇ ਦੱਸਦੀ ਆ ਕਿ ਇੱਥੇ ਹੈ, ਜਿਵੇਂ ਕਸ਼ਮੀਰ ਦੇ ਵਿੱਚ ਲੀਥੀਅਮ ਦਾ ਰੌਲਾ ਪਿਆ ਸੀ, ਤੁਹਾਨੂੰ ਯਾਦ ਹੋਣਾ, ਅੱਜ ਤੋਂ ਕੋਈ 5 ਸਾਲ ਪਹਿਲਾਂ ਲੀਥੀਅਮ ਦੇ ਭੰਡਾਰ ਨੇ, ਹਾਲਾਂਕਿ ਉਹ ਵਿੱਚ ਵਿਚਾਲੇ ਹੀ ਰਹਿ ਗਿਆ ਕੰਮ, ਪਰ ਉਹ ਬਹੁਤ ਵੱਡਾ ਭੰਡਾਰ ਮਿਲਿਆ ਸੀਗਾ ਉਸ ਵੇਲੇ। GSI ਨੇ ਹੀ ਕਿਹਾ ਸੀਗਾ। ਤਾਂ GSI ਦੀ ਖੋਜ ਅਨੁਸਾਰ ਅੱਜ ਜੋ ਅਸੈਂਬਲੀ 'ਚ ਡਾਕੂਮੈਂਟ ਇਹਨਾਂ ਨੇ ਨਸ਼ਰ ਕੀਤੇ ਆ ਕਿ 85 ਤੋਂ 95 ਦੇ ਦਰਮਿਆਨ ਹੀ ਇਸ ਤਰ੍ਹਾਂ ਦੇ ਦਾਅਵੇ ਆ ਗਏ ਸੀ ਜੀ, ਪਰ ਉਸ ਖੋਜ ਨੂੰ ਅੱਗੇ ਨਹੀਂ ਵਧਾਇਆ ਗਿਆ। ਠੀਕ ਹੈ ਜੀ, ਉਸ ਖੋਜ ਨੂੰ ਅੱਗੇ ਨਹੀਂ ਵਧਾਇਆ ਗਿਆ। ਅਕਾਲੀ ਤੇ ਭਾਜਪਾ, ਜਿਵੇਂ ਤੁਹਾਨੂੰ ਪਤਾ ਮੋਦੀ ਸਾਹਿਬ ਨਹਿਰੂ ਤੇ ਹਰ ਸ਼ਿਕਾ ਉਹਨਾਂ ਨੇ ਉਹਦੇ ਤੇ ਤੋੜਨਾ ਹੀ ਹੁੰਦਾ ਹੈ, ਤਾਂ ਇਹਨਾਂ ਨੇ ਵੀ ਆਪਣਾ ਜਿਹੜਾ ਕਹਿ ਲਓ ਕਿ ਸਾਰਾ ਸ਼ਿਕੂ ਇਧਰ ਤੋੜਨਾ ਹੈ। ਹੁਣ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਅਸੀਂ ਜੀਓਲੋਜਿਸਟ ਦੀ ਡਿਊਟੀ ਲਾ ਦਿੱਤੀ ਹੈ ਜੀ, ਅਸੀਂ ਇਸ ਗੱਲ ਨੂੰ ਅੱਗੇ ਵਧਾ ਰਹੇ ਹਾਂ। ਬਿਲਕੁਲ ਮੇਰੇ ਕੋਲ ਡਾਕੂਮੈਂਟ ਹੈ ਜੋ ਇਹਨਾਂ ਨੇ ਕਿਹਾ, ਅੱਖਰ ਅੱਖਰ। ਦੇਖੋ ਮੈਂ ਵਾਰ-ਵਾਰ ਕਹਿਣ ਦੀ ਵੈਸੇ ਜ਼ਰੂਰਤ ਨਹੀਂ ਕਿ ਜਿੱਥੇ ਸਰਕਾਰ ਦਸਤਾਵੇਜ਼ੀ ਠੀਕ ਹੈ ਉਸ ਨੂੰ ਮੈਂ ਨਹੀਂ ਗਲਤ ਕਹਿ ਸਕਦਾ,
ਕਿਉਂਕਿ ਜੇ ਦਸਤਾਵੇਜ਼ ਕੁਝ ਹੋਰ ਬੋਲਦੇ ਤਾਂ ਆਪਾਂ ਇਹਨਾਂ ਦੇ ਦਾਅਵੇ ਨੂੰ ਨਕਾਰਦੇ। ਬਿਲਕੁਲ ਜੀਓਲੋਜਿਸਟ ਦੀ ਡਿਊਟੀ ਲੱਗੀ ਆ। ਹਾਂ, ਇਹਦੇ ਤੇ ਇੱਕ ਇਹ ਵਾਦ ਵਿਵਾਦ ਹੋ ਸਕਦਾ ਹੈ ਕਿ ਤੁਸੀਂ ਮਾਈਨਿੰਗ ਦੇ ਵਿੱਚ ਜੀਓਲੋਜਿਸਟ ਦੀ ਸੇਵਾ ਕਿਉਂ ਨਹੀਂ ਲੈਂਦੇ। ਉੱਥੇ ਤਾਂ ਤੁਸੀਂ ਇਰੀਗੇਸ਼ਨ ਵਾਲੇ ਲਾ ਰੱਖੇ। ਹੁਣ ਖੋਜਿਆ ਵੀ ਉਹਨਾਂ ਨੇ, ਡਿਊਟੀ ਵੀ ਅਗਲੀ ਉਹਨਾਂ ਨੇ ਲਾਈ, ਉਹਨਾਂ ਦੀ ਉਹ ਲਾਈ ਹੈ। ਤਾਂ ਕੁੱਲ ਮਿਲਾ ਕੇ ਹੁਣ ਆ ਜਾਈਏ ਆਪਾਂ ਕਿ ਪੰਜਾਬ ਦੇ ਵਿੱਚ ਸੱਚੀ ਗੱਲ ਹੈ ਕਿ ਗੋਲਡ ਹੈ। ਇਹ ਮਤਲਬ ਕਿ ਮੈਂ ਤੁਹਾਨੂੰ ਜ਼ਿਲ੍ਹੇ ਦੱਸ ਦਿੰਦਾ, ਦਸਤਾਵੇਜ਼ ਮੈਂ ਥੋੜੇ ਜਿਹੇ ਫੋਲੂੰਗਾ। ਇਹਦੇ ਅਨੁਸਾਰ ਹੁਸ਼ਿਆਰਪੁਰ, ਗੁਰਦਾਸਪੁਰ, ਰੋਪੜ, ਪਠਾਨਕੋਟ, ਪਟਿਆਲਾ ਤੇ ਮੋਹਾਲੀ, ਜਿਹੜੀ ਚੀਜ਼ ਤੁਸੀਂ ਕਹੋਗੇ ਮੈਂ ਉਹਨੂੰ ਰਿਪੀਟ ਕਰ ਦਊਂਗਾ ਜੀ। ਤੁਹਾਨੂੰ ਜਾਂ ਆਡੀਅנס ਨੂੰ ਕਿਸੇ ਤੱਥ ਦੀ ਕੋਈ ਕਲੈਰਿਟੀ ਚਾਹੀਦੀ ਹੋਈ ਤਾਂ ਦੱਸ ਦੇਣਾ ਮੈਂ। ਅੱਛਾ ਜੀ, ਇਹ ਜ਼ਿਲ੍ਹੇ ਨੇ ਸੰਭਾਵੀ ਤੌਰ ਤੇ, ਮੈਂ ਦਸਤਾਵੇਜ਼ਾਂ ਤੋਂ ਹੀ ਤੁਹਾਨੂੰ ਦੱਸ ਰਿਹਾ ਸਾਰਾ ਕੁਝ। ਤੇ ਸੋਨਾ ਹੁੰਦਾ ਕਿਸ ਕੁਆਲਿਟੀ ਦਾ, ਜਿਵੇਂ ਅੱਜ ਇਹਨਾਂ ਨੇ ਉੱਥੇ ਵਿਧਾਨ ਸਭਾ 'ਚ ਜਾਣਕਾਰੀ ਦਿੱਤੀ ਹੈ, ਤਾਂ ਇਹਦੀ ਗੁਣਵੱਤਾ ਹੁੰਦੀ ਆ 1 ppm ਤੋਂ 5 ppm ਜੀ। ਤੇ ਸੰਭਾਵੀ ਤੌਰ ਤੇ ਪੰਜਾਬ ਦਾ ਜਿਹੜਾ 골ਡ ਭੰਡਾਰ ਹੈ, 골ਡ ਰਿਜ਼ਰਵ ਹੈ, ਸੰਭਾਵੀ ਹੈ, ਇਹ ਸੰਭਾਵੀ ਸ਼ਬਦ ਆਪਾਂ ਇਸਤੇਮਾਲ ਕਰ ਰਹੇ ਹਾਂ ਕਿ ਸੰਭਾਵਨਾ, ਉਹ 0.5 ppm ਤੋਂ 5 ppm ਯਾਨੀ ਫੁੱਲ ਵਧੀਆ ਕੁਆਲਿਟੀ ਤੱਕ ਦਾ ਹੈ ਜੀ। ਠੀਕ ਹੈ। ਹੁਣ ਸਵਾਲ ਇਹ ਪੈਦਾ ਹੋਏਗਾ ਕਿ ppm ਕੀ ਬਲਾ ਹੈ, ਤਾਂ 1000 kg ਵਿੱਚੋਂ ਕਿੰਨਾ ਸੋਨਾ ਤੇ ਕਿੰਨਾ ਪੱਥਰ ਨਿਕਲਦਾ, ਇਸੇ ਨੂੰ ਹੀ ppm ਬੋਲਦੇ ਆ। ਯਾਨੀ 1000 kg ਦੇ ਵਿੱਚੋਂ ਜੇ 5 ਗ੍ਰਾਮ 골ਡ ਨਿਕਲਦਾ ਤਾਂ ਆਪਾਂ ਉਸ ਨੂੰ ਫੁੱਲ ਵਧੀਆ ਕੁਆਲਿਟੀ ਯਾਨੀ 5 ppm ਦਾ ਗਿਣਾਂਗੇ ਜੀ। ਤੁਹਾਨੂੰ ਕਾਗਜ਼ਾਂ ਦੀ ਆਵਾਜ਼ ਵੀ ਆਉਂਦੀ ਹੋਣੀ ਹੈ, ਸੋ ਮੈਂ ਕਾਗਜ਼ ਫੋਲ ਰਿਹਾ ਵਾਂ। ਤਾਂ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਬਈ ਇਹ ਬਿਲਕੁਲ ਇਹਨਾਂ ਦੀ ਗੱਲ ਦਰੁਸਤ ਆ ਕਿ ਇਸ ਤਰ੍ਹਾਂ ਦੀਆਂ ਰਿਪੋਰਟਾਂ ਜਿਹੜੀਆਂ ਉਹ ਬਹੁਤ ਪਹਿਲਾਂ ਤੋਂ ਆਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ। ਹੁਣ ਗੱਲ ਇਹ ਆ ਕਿ ਜੇ ਕਾਗਜ਼ਾਂ ਦੀ ਮੰਨੀਏ ਤੇ ਬਿਲਕੁਲ ਇਹਨਾਂ ਦੇ ਦਾਅਵੇ ਅੱਜ ਸਹੀ ਨੇ, ਪਰ ਹੁਣ ਕੀਤਾ ਕੀ ਜਾਣਾ ਚਾਹੀਦਾ ਜੀ। 4.5 ਸਾਲ ਤੱਕ ਤੁਸੀਂ ਕਿਉਂ ਨਹੀਂ ਇਸ ਚੀਜ਼ ਨੂੰ ਅੱਗੇ ਵਧਾ ਸਕੇ, ਸਵਾਲ ਤੁਹਾਡੇ ਤੇ ਇੱਥੇ ਹੋਏਗਾ। ਬਟ ਅੱਗੇ ਆ ਕਿ GSI ਤੇ ਪੰਜਾਬ ਦੇ ਮਾਈਨਿੰਗ ਤੇ ਜੀਓਲੋਜੀ ਡਿਪਾਰਟਮੈਂਟ ਮੰਨਿਓ ਦੁਬਾਰਾ ਸਰਵੇ ਕਰਵਾਏ ਜਾਣ ਦੀ ਲੋੜ, ਯਾਨੀ ਸੋਲਿਡ ਸਰਵੇ ਹੋਣ, ਜਿਵੇਂ ਹੋਰ ਸਟੇਟਸ ਕਰਦੀਆਂ ਨੇ ਆਮ ਤੌਰ ਤੇ ਕਿ ਜਦੋਂ ਇੱਕ ਵਾਰੀ ਸੰਭਾਵਨਾ ਲੱਗਦੀ ਹੈ ਤਾਂ ਫਿਰ ਉਹ ਠੋਸ ਸਰਵੇ ਕਰਦੇ। ਉਸ ਤੋਂ ਬਾਅਦ ਜੀਓਲੋਜੀਕਲ ਲੈਬਾਂ ਜਿਹੜੀਆਂ ਉਹ ਬਣਾਈਆਂ ਜਾਣ ਪੰਜਾਬ ਦੇ ਵਿੱਚ। ਕਿਉਂਕਿ ਤੇਲ ਰਿਜ਼ਰਵ ਦੇ ਵੀ ਤੇ ਆ ਰਹੇ ਆ ਨਾ ਜ਼ਿਲ੍ਹੇ, ਉਹ ਵੀ ਤੁਹਾਨੂੰ ਦੱਸ ਦੇਣਾ। ਉਹ ਜ਼ਿਲ੍ਹੇ ਹੈਗੇ ਨੇ ਜੀ ਬਠਿੰਡਾ, ਮੁਕਤਸਰ ਇਤਿਆਦਿ, ਯਾਨੀ ਇਹ ਸਾਡੇ ਵਾਲਾ ਏਰੀਆ। तो मतलब जे तेल रिजर्व की भी संभावना है तो ਇਹਦੇ ਵਿੱਚ ਅੱਗੇ 골ਡ ਦੀ ਵੀ ਸੰਭਾਵਨਾ ਬਣਦੀ ਹੈ, ਤਾਂ ਤੁਹਾਨੂੰ ਫੌਰੀ ਤੌਰ ਤੇ ਇੱਕ ਤੇ ਜੰਗੀ ਪੱਧਰ ਤੇ ਸਰਵੇ ਸਟਾਰਟ ਕਰ ਦੇਣੇ ਚਾਹੀਦੇ GSI ਦੇ ਸਹਿਯੋਗ ਦੇ ਨਾਲ, ਤੇ ਆਪ ਦੇ ਜੀਓਲੋਜਿਸਟ ਜਿਹੜੇ ਆ ਉਹ ਤੁਹਾਨੂੰ ਮੈਦਾਨ 'ਚ ਉਤਾਰ ਦੇਣੇ ਚਾਹੀਦੇ। ਤੇ ਦੂਜੀ ਗੱਲ ਇਹ ਆ ਕਿ ਇਹਦੇ ਵਿੱਚ ਲੈਬਾਂ ਤੁਹਾਨੂੰ ਇੱਥੇ ਸਥਾਪਿਤ ਕਰ ਲੈਣੀਆਂ ਚਾਹੀਦੀਆਂ ਤਾਂ ਕਿ ਜੋ ਵੀ ਪ੍ਰਯੋਗ ਹੈ, ਜੋ ਵੀ ਕਸਵੱਟੀ ਹੈ, ਇੱਥੇ ਪਤਾ ਲੱਗਦਾ ਰਹੇ। ਕਿਉਂਕਿ ਜਿੱਥੇ ਇਦਾਂ ਦੇ ਮਿਨਰਲਸ ਮਿਲ ਗਏ, ਜਿੱਥੇ ਕੋਈ ਤੇਲ ਮਿਲ ਗਿਆ, ਸਰ 골ਡ ਮਿਲ ਗਿਆ, ਹੋਰ ਕਈ ਧਾਤੂਆਂ ਨੇ, ਮੈਂ ਇਹਦੇ ਤੇ ਬਹੁਤ ਜਲਦੀ ਸਾਰਾ ਕੁਝ ਮੈਂ ਨਸ਼ਰ ਕਰ ਦਊਂਗਾ ਕਿ ਪੰਜਾਬ 'ਚ ਸੰਭਾਵੀ ਕਿਹੜੀਆਂ ਧਾਤੂਆਂ ਨੇ, ਕਿਉਂਕਿ ਹੁਣ ਇੱਕਦਮ ਸਾਰੇ ਕਾਗਜ਼ ਫੋਲ ਕੇ ਤੇ ਸਾਰੀਆਂ ਚੀਜ਼ਾਂ ਆਪਾਂ ਨਹੀਂ ਦੱਸ ਸਕਦੇ। ਕਈ ਧਾਤੂਆਂ ਨੇ, ਕਈ ਮਿਨਰਲਸ ਹੋਣ ਦੀ ਸੰਭਾਵਨਾ ਹੈ ਪੰਜਾਬ 'ਚ। ਤਾਂ ਜੇ ਇਦਾਂ ਮਤਲਬ ਕਿ ਕੋਈ 1-2 ਰਿਜ਼ਰਵ ਮਿਲ ਜਾਂਦੇ ਆ, ਛੋਟੇ ਮੋਟੇ ਹੀ ਸਹੀ। ਪੋਟਾਸ਼ ਤੇ ਬਿਲਕੁਲ, ਪੋਟਾਸ਼ ਤੇ ਮੇਰੇ ਪਿੰਡ ਸਮਝ ਲਓ ਮਿਲ ਚੁੱਕੀ ਆ ਆਲਰੇਡੀ, ਤੁਹਾਨੂੰ ਪਤਾ ਜਿਹੜਾ ਪੋਟਾਸ਼ ਦਾ ਭੰਡਾਰ ਹੈ, ਜਿੱਥੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਇੱਥੋਂ ਮਹਿਜ਼ ਜੇ ਮੈਂ ਸਾਈਕਲ ਤੇ ਵੀ ਤੁਰਾਂ ਤੇ 10 ਮਿੰਟ ਦਾ ਰਸਤਾ, ਮਤਲਬ ਕਿ ਇੰਨੀ ਨੇੜੇ ਆ ਮੇਰੇ। ਉਹ ਤਾਂ ਪੁਸ਼ਟੀ ਹੋ ਚੁੱਕੀ ਆ। ਪੋਟਾਸ਼ ਤੋਂ ਬਾਅਦ ਜੋ ਇੰਡੀਆ ਇੰਪੋਰਟ ਕਰਦਾ ਹੈ, ਤੇਲ ਜੋ ਇੰਪੋਰਟ ਕਰਦਾ ਹੈ, 골ਡ ਜੋ ਇੰਪੋਰਟ ਕਰਦਾ ਹੈ, ਸਾਡੇ ਕੋਲ ਥੋੜੇ ਵੀ ਜੇ ਰਿਜ਼ਰਵ ਮਿਲ ਜਾਂਦੇ ਆ ਗੁਰਪ੍ਰੀਤ, ਤਾਂ ਬਹੁਤ ਵੱਡੀ ਗੱਲ ਹੋਏਗੀ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਲੈਬਾਂ ਜਲਦੀ ਸਥਾਪਿਤ ਕਰਨੀਆਂ ਚਾਹੀਦੀਆਂ ਤਾਂ ਕਿ ਪੁਖਤਾ ਤੌਰ ਤੇ ਇਸ ਗੱਲ ਦੀ ਪ੍ਰਮਾਣਤਾ ਸਿੱਧ ਹੋ ਜਾਏ ਕਿ ਕਿੰਨਾ ਰਿਜ਼ਰਵ ਹੈ, ਕਿੱਥੇ ਜੇ ਆ, ਕੀ ਸੰਭਾਵਨਾ ਹੈ। ਤੋ ਡੈਫੀਨੇਟਲੀ ਮੇਰੇ ਖਿਆਲ ਦੇ ਨਾਲ ਸਾਡੀ ਤੇ ਕਹਿ ਲਓ ਕਿ ਡੁੱਬਦਿਆਂ ਦੀ ਬਾਹ ਫੜਨ ਵਾਲੀ ਗੱਲ ਆ ਕਿ ਫਿਰ ਤੇ ਕੁਦਰਤੀ ਮਿਹਰਬਾਨ ਆ ਸਾਡੇ ਤੇ। ਤੋ ਖੈਰ ਦੇਖਦੇ ਆ, ਦਾਅਵਾ ਬਹੁਤ ਵੱਡਾ ਹੈ ਗੁਰਪ੍ਰੀਤ, ਤੇ ਉਮੀਦਾਂ ਵੀ ਬਹੁਤ ਵੱਡੀਆਂ, ਆਸਾਂ ਵੀ ਬਹੁਤ ਵੱਡੀਆਂ ਨੇ ਕਿ ਕੋਈ ਰਿਜ਼ਰਵ ਜੇ ਸਾਡੇ ਕੋਲ ਅੱਛਾ ਖਾਸਾ
ਉਪਲਬਧ ਹੈ ਤੇ ਸਾਨੂੰ ਮਿਲ ਜਾਂਦਾ ਹੈ, ਪਰ ਉਹਦੇ ਵਿੱਚ ਇਹ ਨਾ ਹੋਵੇ ਕਿ ਸਾਡਾ ਅੱਗੇ ਜਿਵੇਂ ਪਾਣੀ ਤੇ ਉਹਦੀ ਕਹਾਣੀ ਸਾਰਾ ਕੁਝ ਸਾਡੇ ਨਾਲ ਉਦਾਂ ਹੀ ਹੋ ਜਾਵੇ। ਜੀ ਸਾਨੂੰ ਜੀ ਮਤਲਬ ਜੋ ਸਾਡਾ ਹੱਕ ਹੈ, ਇਹ ਨਹੀਂ ਕਹਿੰਦੇ ਅਸੀਂ ਕਿ ਸਾਰਾ ਕੁਝ ਸਾਨੂੰ ਦੇ ਦਿਓ, ਜੋ ਸਾਡਾ ਹੱਕ ਹੈ ਉਹਦੇ ਤੋਂ ਵਧਵਾ ਹੀ ਸਾਨੂੰ ਮਿਲਣਾ ਚਾਹੀਦਾ, ਕਿਉਂਕਿ ਅਸੀਂ ਪਹਿਲਾਂ ਘਾਟੇ ਖਾ ਚੁੱਕੇ ਹਾਂ, ਅਸੀਂ ਘਾਟੇ ਖਾ ਬਿਲਕੁਲ ਚੁੱਕੇ ਹਾਂ। ਸੋ ਇਹ ਨਾ ਹੋਵੇ ਕਿ ਫਿਰ ਇਹ ਲੁੱਟ ਕੇ ਲੈ ਜਾਣ ਤੇ ਅਸੀਂ ਰਹਿ ਗਏ ਭਾ ਪੁੱਛਦੇ, ਮੌਜਾਂ ਲੁੱਟ ਗਏ ਮਰੱਬਿਆਂ ਵਾਲੇ, ਸਾਡੇ ਨਾਲ ਕਹਾਣੀ ਫਿਰ ਉਹ ਨਾ ਵਾਪਰ ਜਾਵੇ। ਗੁਰਪ੍ਰੀਤ, ਕੋਈ ਸਵਾਲ ਤੁਹਾਡਾ, ਕੋਈ ਦੁਵਿਧਾ ਦਵੰਦ ਹੋਵੇ ਤਾਂ ਪਲੀਜ਼ ਤੁਸੀਂ ਮੈਨੂੰ ਦੱਸ ਸਕਦੇ ਹੋ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਅੱਜ ਫੇਰ ਉਹੀ ਹੋਇਆ ਜੋ ਕੱਲ ਆਪਾਂ ਸ਼ੁਰੂਆਤ ਕਰਦੇ ਹੁੰਦੇ ਆ। ਕੱਲ ਵੀ ਸ਼ੁਰੂਆਤ ਕੀਤੀ ਸੀ ਵੀ ਭਾਈ ਚੰਗੀ ਖਬਰ ਜਿਹੜੀ ਹੈ ਉਹ ਦਬ ਜਾਂਦੀ ਹੈ ਤੇ ਹੰਗਾਮਾ ਸਾਰਾ ਵਟੋਰ ਲਿਆ ਜਾਂਦਾ ਹੈ। ਖਬਰਾਂ ਦੇ ਵਿੱਚ ਹਰ ਪਾਸੇ ਹੰਗਾਮਾ ਹੰਗਾਮਾ ਲਿਖ ਦਿੱਤਾ ਜਾਂਦਾ ਹੈ। ਅੱਜ ਵੀ ਉਹੀ ਕੁਝ ਹੋਇਆ। ਹਾਂ, ਗੱਲ ਇਹ, ਮੈਂ ਅੱਜ ਦੁਪਹਿਰੇ ਸੁਝਾਅ ਦੇ ਰਿਹਾ ਸੀਗਾ ਗੁਰਪ੍ਰੀਤ, ਮੈਂ ਆਖਿਆ ਵੀ ਪੁਰਾਣੇ ਸਮੇਂ 'ਚ ਨਾ ਕੁਸ਼ਤੀਆਂ ਹੁੰਦੀਆਂ ਸਨ ਦਾਰੇ ਦੀਆਂ, ਜਾਂ ਇੱਕ ਕਿੰਗ ਕੌਂਗ ਹੁੰਦਾ ਸੀ। ਸਾਡੇ ਅਬੋਹਰ ਫਾਜ਼ਿਲਕਾ ਵੱਲ ਵੀ ਇੱਕ ਕੁਸ਼ਤੀ ਹੋਈ ਹੈ, ਮੈਂ ਦੱਸ ਰਿਹਾ ਸੀਗਾ ਜੀ ਕਿ ਇਹਨਾਂ ਨੂੰ ਟਿਕਟ ਲਾ ਦੇਣੀ ਚਾਹੀਦੀ ਹੈ ਕਿ ਅੱਜ ਸਾਡਾ ਫਾਈਟ ਸ਼ੋ ਹੈ ਲੁਧਿਆਣੇ, ਜੀ ਬੁਨਿਆਦੀ ਕਰਾ ਦੇਣੀ ਚਾਹੀਦੀ ਆ ਕਿ ਆਓ ਆਓ ਜਲਦੀ ਆਓ, ਪਹਿਲਾਂ ਆਓ ਤੇ ਪਹਿਲਾਂ ਪਾਓ। ਅੱਜ ਚੰਨੀ ਸਾਹਿਬ ਦਾ ਥੜਾ ਰਾਜਾ ਵੜਿੰਗ ਦੇ ਥੜੇ ਨਾਲ ਟਕਰਾਏਗਾ, ਬੜੇ ਜ਼ੋਰਦਾਰ ਧਮਾਕੇ ਹੋਣਗੇ, ਚੱਕਿਆਂ ਚੋਂ ਚੰਗਿਆੜੇ ਨਿਕਲਣਗੇ, ਪਹੁੰਚੋ ਪਹੁੰਚੋ। ਟਿਕਟ ਕਰ ਦਿੱਤੀ 50 ਦੀ 5, 500 ਦੀਆਂ 3, ਗੈਲਰੀ ਦੇ ਹਿਸਾਬ ਨਾਲ ਸਰ। ਜੀ ਕਿੱਡਾ ਵਧੀਆ ਆਈਡੀਆ ਸਰ। ਪਾਰਟੀ ਫੰਡ ਜੁਟੇਗਾ, ਖੁੱਲ ਕੇ ਇਹਨਾਂ ਨੂੰ ਲੜਾਈ ਕਰਨ ਦਾ ਮੌਕਾ ਮਿਲੇਗਾ। ਜਿਹੜੇ ਵੀ ਫਾਈਟ ਵੇਖਣ ਦੇ ਚਾਸਕੂ ਨੇ, ਤੱਤੇ ਤੱਤੇ ਬੋਲ ਸੁਣਨ ਦੇ ਚਾਸਕੂ ਨੇ, ਉਹ ਐਵੇਂ ਵਿਚਾਰੇ ਟੈਲੀਫੋਨ ਤੇ ਡਾਟਾ ਫੂਕਦੇ ਆ, ਫਿਰ ਉਹਨਾਂ ਨੂੰ ਸਮਝ ਨਹੀਂ ਆਉਂਦੀ, ਕਈ ਵਾਰ ਉਹ ਫਿਰ ਪਿੱਛੇ ਨੂੰ ਲਿਜਾਂਦੇ ਨੇ ਰੀਲ ਨੂੰ। ਕਿੰਨੀਆਂ ਚੀਜ਼ਾਂ ਤੋਂ ਖੜਾ ਛੁੱਟੇਗਾ। ਤਾਂ ਜਿਵੇਂ ਪ੍ਰੈਸ ਗੈਲਰੀ ਬਣੀ ਹੁੰਦੀ ਆ, ਦਰਸ਼ਕ ਗੈਲਰੀ ਬਣੀ ਹੁੰਦੀ ਆ, ਇਹਨਾਂ ਨੂੰ ਚਾਹੀਦਾ ਹੈ ਕਿ ਇੱਕ ਆਊਟਸਾਈਡਰ ਗੈਲਰੀ ਬਣਾਉਣ ਕੇ ਜਿਹੜੇ ਕਾਂਗਰਸੀ ਨਹੀਂ, ਨਾਨ ਕਾਂਗਰਸੀ ਸਿਰਫ ਲੜਾਈ ਵੇਖਣ ਆਣਗੇ, ਜੀ ਉਹਨਾਂ ਦੀ ਦਰਸ਼ਕ ਦੀਰਘਾ ਅੱਡ ਹੋਵੇ ਸਰ, ਰਿਫਰੈਸ਼ਮੈਂਟ ਵਿੱਚ ਹੋਵੇ, ਸਾਰੇ ਪੈਸੇ ਵਿੱਚ ਲਾਏ ਜਾਣ। ਮਤਲਬ ਕਿ 3 ਘੰਟੇ ਦਾ ਸ਼ੋਅ ਹੋਵੇ ਜਿਹਦੇ ਵਿੱਚ ਰਾਜਾ ਵੜਿੰਗ, ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ, ਪ੍ਰਤਾਪ ਬਾਜਵਾ, ਸੁਖਪਾਲ ਖਹਿਰਾ, ਸ਼ੇਰ ਸਿੰਘ ਘੁਬਾਇਆ, ਭਾਰਤ ਭੂਸ਼ਣ ਆਸ਼ੂ, ਵੀ ਜੇ ਕੋਈ ਰਹਿ ਗਿਆ ਉਹ ਤੁਸੀਂ ਵਿੱਚ ਸ਼ਾਮਲ ਕਰ ਲਓ ਭਈ, ਉਹ ਸਾਰੇ ਬੁਲਾਏ ਜਾਣ। ਰਾਣਾ ਗੁਰਜੀਤ ਵਰਗਾ ਹੈ ਤੇਰਾ, ਆਓ ਤੇਰਾ, ਇੱਥੇ ਰੱਖ ਇੱਥੇ ਰੱਖ, ਭਈ ਉਹ ਕਿੰਨਾ ਨਜ਼ਾਰੇ ਵਾਲਾ ਮੰਜ਼ਰ ਹੋਏਗਾ ਸਰ, ਕਿ ਇਹਨਾਂ ਨੂੰ ਖੁੱਲ ਕੇ ਲੜਾਈ ਕਰਨ ਦਾ ਮੌਕਾ ਮਿਲੇਗਾ ਜ਼ਬਰਦਸਤ ਤਰੀਕੇ ਨਾਲ, ਤੇ ਦਰਸ਼ਕਾਂ ਨੂੰ ਇੱਕ ਇੰਟਰਟੇਨਮੈਂਟ ਮਿਲੇਗਾ ਲਾਈਵ। ਤੇ ਇਹਦੇ ਵਾਸਤੇ ਆਪਦੇ ਲਾਈਵ ਜਿਹੜੇ ਰਾਈਟਸ ਨੇ ਉਹ ਵੀ ਕੋਲ ਰੱਖ ਸਕਦੇ ਰਿਜ਼ਰਵ, ਕਿ ਜੇ ਕਿਸੇ ਨੇ ਲਾਈਵ ਕਰਨਾ ਹੈ, ਅਸੀਂ ਉਹਦੇ ਵਾਸਤੇ ਪਾਰਟੀ ਫੰਡ ਲਈ ਫੰਡ ਰੇਜ਼ ਕਰਨ ਵਾਸਤੇ ਰਾਈਟਸ ਤੇ ਇੰਨੇ ਪੈਸੇ ਲਵਾਂਗੇ। ਵਿਧਾਨ ਸਭਾ ਜਿਵੇਂ ਲਾਈਵ ਹੁੰਦੀ ਆ, ਇਹ ਲਾਈਵ ਵੀ ਸ਼ੋਅ ਕਰ ਸਕਦੇ ਸਰ। ਸੋ ਅੱਜ ਦਾ ਸ਼ੋਅ ਲੁਧਿਆਣੇ ਸੀਗਾ ਸਰ। ਮੈਂ ਆਵਾਂ ਹੁਣ ਗੱਲ ਵੱਲ। ਅੱਜ ਦਾ ਜਿਹੜਾ ਸਪੈਸ਼ਲ ਸ਼ੋਅ ਸੀਗਾ ਇਹਨਾਂ ਦਾ ਲੱਗਾ ਸੀ ਅੱਜ ਲੁਧਿਆਣੇ ਦੇ ਵਿੱਚ, ਉੱਥੇ ਵੀ ਬਸ ਖੜਕਾ ਦੜਕਾ ਹੋ ਜੂ ਨੀ ਤੇਰੇ ਪਿੱਛੇ, ਖੜਕਾ ਦੜਕਾ ਖੜਕਾ ਦੜਕਾ ਖੜਕਾ ਦੜਕਾ ਇੱਥੇ ਵੀ ਜੰਮ ਕੇ ਹੋਇਆ ਸਰ। ਤਾਂ ਬੈਂਸ ਦਾ ਇਸ਼ਾਰਾ ਹੋਇਆ ਕਿ ਜਿਵੇਂ ਨਾ ਚੂੜੀਆਂ ਚੜਾ ਦੇ ਚੰਨਵੇ, ਚੂੜੀਆਂ ਚੜਾਉਣ ਦਾ ਜਿਵੇਂ ਇਸ਼ਾਰਾ ਕੀਤਾ ਕਿ ਚੂੜੀਆਂ ਪਾ ਲਓ, ਤਾਂ ਫਿਰ ਭਾਰਤ ਭੂਸ਼ਣ ਆਸ਼ੂ ਦੇ ਜਿਹੜੇ ਸਮਰਥਕ ਸੀ ਉਹ ਵੀ ਭੜਕ ਪਏ। ਫਿਰ ਰਾਜਾ ਵੜਿੰਗ, ਉਹਨਾਂ ਨੇ ਕਿਹਾ ਕਿ RSS ਦੇ ਚਮਚੇ ਮੁਰਦਾਬਾਦ ਮੁਰਦਾਬਾਦ, ਯਾਨੀ ਇੱਥੇ ਐਂਟਰੀ ਹੋ ਗਈ RSS ਦੀ। ਦੇਖੋ ਬਈ ਗੱਲ ਕਿੱਥੋਂ ਤੁਰੀ ਤੇ ਗੱਲ ਕਿੱਧਰ ਨੂੰ ਚਲੇ ਗਈ ਆ, ਕਿ ਭਾਈ ਵੜਿੰਗ ਦੀ ਐਂਟਰੀ ਤੋਂ ਜਿਹੜੇ ਨਾਰੇ ਸਟਾਰਟ ਹੋਏ ਤੇ ਫਿਰ ਚੂੜੀਆਂ ਤੱਕ, ਤੇ ਫਿਰ ਬਘੇਲ ਗੋ ਬੈਕ ਤੇ ਫਲਾਂ ਤੇ ਟਮਕਾਂ। ਗੱਲ ਇਹ ਆ ਕਿ ਰਾਜਾ ਵੜਿੰਗ ਨੇ ਇੱਥੋਂ ਤੱਕ ਕਿਹਾ ਕਿ ਵਿਜੀਲੈਂਸ ਰਿਮਾਂਡ ਦੇ ਵਕਤ ਆਸ਼ੂ ਦੇ ਨਾਲ ਖੜਾ ਰਿਹਾ ਜੀ, ਮੈਂ ਤੇ 8 ਦਿਨ ਏਸੀ ਦੇ ਵਿੱਚ ਰੋਟੀ ਖਵਾਈ ਇਹਨੂੰ। ਤਦ ਬਿੱਟੂ ਮੈਂਬਰ ਪਾਰਲੀਮੈਂਟ ਸੀ ਤੇ ਮੈਨੂੰ ਇੱਥੇ ਪਤਾ ਨਹੀਂ ਸੀ ਕਿ ਮੈਂ ਲੁਧਿਆਣੇ ਤੋਂ ਲੜੂੰਗਾ। ਮੈਂ 8 ਦਿਨ ਵਿਜੀਲੈਂਸ ਦੇ ਬਾਹਰ ਰਿਹਾ ਜੀ। ਆਸ਼ੂ ਨੂੰ ਮੰਤਰੀ ਪਾਰਟੀ ਨੇ ਬਣਾਇਆ ਸੀ, ਮੇਰੀ ਕਿਸੇ ਨਾਲ ਕੋਈ ਪ੍ਰੋਬਲਮ ਨਹੀਂ। ਜੋ ਕਹਿੰਦਾ ਕਿ ਮੇਰੀ ਸਲਤਨਤ ਹੈ, ਮੈਂ ਉਸ ਨੂੰ ਖਤਮ ਕਰਨਾ ਚਾਹੁੰਦਾ।
ਲੁਧਿਆਣਾ 'ਚ 6 ਵਾਰ ਪਾਂਡੇ ਜਿੱਤੇ, ਡਾਵਰ 3 ਵਾਰ ਜਿੱਤੇ। ਮੰਤਰੀ ਤਾਂ ਉਹਨਾਂ ਨੂੰ ਬਣਾਉਣਾ ਚਾਹੀਦਾ ਸੀ, ਲੇਕਿਨ ਪਾਰਟੀ ਨੇ ਇਹਨਾਂ ਨੂੰ ਮੰਤਰੀ ਬਣਾਇਆ। ਜੋ ਬਿਲਕੁਲ ਕਾਉਂਸਲਰ ਟਿਕਟ ਚਾਹੁੰਦਾ ਹੈ ਉਹਨੂੰ ਵੀ ਮੌਕਾ ਮਿਲੇਗਾ, ਇਹਨਾਂ ਨੇ ਸਾਫ਼ ਕਰ ਦਿੱਤਾ ਹੈ। ਤਾਂ ਖੈਰ ਗੱਲ ਇਹ ਆ ਕਿ ਐਸੀ ਹਾਲਤ ਬਣ ਗਈ ਆ, ਤੇਰੇ ਪਿਆਰ 'ਚ ਹਾਲਾਤ ਸਾਡੇ ਬਣ ਗਏ ਨਹੀਂ ਜੰਮੂ ਕਸ਼ਮੀਰ ਵਰਗੇ। ਇਹਨਾਂ ਦੀ ਆਪਸੀ ਤਕਰਾਰ 'ਚ ਕਾਂਗਰਸ ਦੇ ਹਾਲਾਤ ਬਿਲਕੁਲ, ਮੈਂ ਤੇ ਕਹੂੰਗਾ ਕਿ ਜੰਤਰ ਮੰਤਰ ਤੇ ਜਿਵੇਂ ਉਧਰ ਹੋਇਆ ਸੀਗਾ ਨਾ, ਉਸ ਤਰ੍ਹਾਂ ਦੇ ਬਣੇ ਪਏ ਨੇ। ਤਾਂ ਗੱਲ ਇਹ ਆ ਕਿ ਚੰਨੀ ਨੂੰ ਸੱਦਿਆ ਸੀਗਾ, ਚੰਨੀ ਨੂੰ ਆਂਦੇ ਆ ਕਿ ਵਾਵਾ ਝੁੜਕਿਆ ਨੇ। ਚੰਨੀ ਸਾਹਿਬ ਤੇ ਕੁਝ ਨਹੀਂ ਕੁਸਕੇ, ਕੁਝ ਨਹੀਂ ਬੋਲੇ, ਪਰ ਇਹਨਾਂ ਦੀਆਂ ਆਪਸ ਦੀਆਂ ਜਿਹੜੀਆਂ ਟਸਲ ਦੀਆਂ ਕਹਾਣੀਆਂ ਉਹ ਬੋਲਦੀਆਂ ਪਈਆਂ ਨੇ। ਲੋਕ ਖਾਮੋਸ਼ ਨੇ, ਕਾਡਰ ਖਾਮੋਸ਼ ਆ। ਉਹ ਕਹਿੰਦਾ ਕਿ ਚਲੋ ਭਾਈ ਲਗੇ ਰਹੋ ਮੁੰਡਾ, ਲਗੇ ਰਹੋ ਲਗੇ ਰਹੋ ਲਗੇ। ਬਿਲਕੁਲ। ਤੇ ਆਰਐਸਐਸ ਦੀ ਐਂਟਰੀ ਵਾਲਾ ਕੀ ਮਾਮਲਾ ਇਹਨਾਂ ਦੇ ਘਮਾਸਾਨ ਦੇ ਵਿਚਾਲੇ? ਨਹੀਂ, ਆਰਐਸਐਸ ਤਾਂ ਉਹੀ ਹੈ ਨਾ ਕਿ ਅੱਜ ਇਹਨਾਂ ਨੇ ਰਾਜਾ ਧੜੇ ਨੇ ਨਾਰੇ ਲਾਏ ਜਿਹੜੇ ਕਿ ਭਾਰਤ ਭੂਸ਼ਣ ਆਸ਼ੂ ਦੇ ਸਮਰਥਕ ਸਮਝੇ ਜਾਂਦੇ ਸੀ ਕਿ ਤੁਸੀਂ ਆਰਐਸਐਸ ਦੇ ਚਮਚੇ ਬਣ ਚੁੱਕੇ ਹੋ, ਕਿਉਂਕਿ ਪੋਸਟਰ ਵਾਰ ਵੀ ਸ਼ੁਰੂ ਹੋ ਗਈ ਨਾ। ਚੰਨੀ ਨੂੰ ਖਾਕੀ ਨਿੱਕਰ ਪਵਾ ਕੇ ਉੱਤੇ ਲਿਖ ਦਿੱਤਾ ਕਿ ਘਰ ਘਰ ਵਿੱਚ ਚੱਲਦੀ ਗੱਲ ਕਿ ਚੰਨੀ ਚੱਲਿਆ ਭਾਜਪਾ ਵੱਲ। तो मतलब अपने आप ही एंट्री हो गई ना आरएसएस वाले एंगल दी, क्योंकि राजा वड़िंग हुण ते जेडे भूपेश बघेल एक शब्द इस्तेमाल करते हैं स्लीपर सैल, ते स्लीपर सैल शब्द इस्तेमाल करते होंगे राहुल गांधी उन्हां कांग्रेसियां वास्ते जो वो कहते हैं ना कि रूह तेरी ते बुत माही दा वे मैं अद्धी अद्धी वंडी गई, यानी जिन्हां दा रूह किते ते बुत किते होवे उन्हां नूं कहंदे ने स्लीपर सैल। बिल्कुल बिल्कुल। ਤੇ ਉਧਰ ਮੁਲਾਜ਼ਮ ਪਹਿਲਾਂ ਹੀ ਪਹੁੰਚ ਗਏ ਹਾਈ ਸੁਪਰੀਮ ਕੋਰਟ, ਕਹਿੰਦੇ ਮੌਕਾ ਨਹੀਂ ਦੇਣਾ। ਹਾਂਜੀ, ਉਹ ਤੇ ਬਾਲੇ ਕਾਲੇ ਨੇ, ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੀ ਕੋਈ ਖੈਰੀਅਤ ਹੈਗੀ ਆ। ਇਹ ਤੇ ਮੈਨੂੰ ਇਦਾਂ ਹੀ ਲੱਗਦਾ ਹੈ ਕਿ ਫਸ ਜਾਣਗੇ, ਗੁਰਪ੍ਰੀਤ ਫਸ ਜਾਣਗੇ। ਕਿਉਂ? ਕਿਉਂਕਿ ਮਸਲਾ ਇਹ ਆ ਕਿ 15 ਦਿਨਾਂ ਚੋਂ ਅੱਜ 2 ਦਿਨ ਗਏ ਚਲੇ ਗੁਰਪ੍ਰੀਤ ਕਿ 3? जी 3 दिन गए, तीजा दिन गया है ना, 3 दिन हो गए। ਤਾਂ ਯਾਨੀ 12 ਦਿਨ ਬਾਕੀ ਆ। 12 ਦਿਨਾਂ ਦੇ ਵਿੱਚ ਜਾਂ ਤਾਂ ਡੀਏ ਦਿਓ ਤੇ ਜਾਂ ਡੀਏ ਦੇਣ ਵਾਲੇ ਫੈਸਲੇ ਨੂੰ ਚੈਲੰਜ ਕਰੋ, ਰਸਤੇ ਦੋ ਆ। ਤਾਂ ਇਹ ਹਾਲੇ ਜਾਂਦੇ ਆ ਕਿ ਨਹੀਂ ਜਾਂਦੇ? ਵੈਸੇ ਮੋਸਟ ਪ੍ਰੋਬਬਲੀ ਤਾਂ ਜਾਣਗੇ ਹੀ ਗੁਰਪ੍ਰੀਤ, ਹੋਰ ਕੋਈ ਇਹਨਾਂ ਦੇ ਕੋਲ ਚਾਰਾ ਹੀ ਨਹੀਂ ਹੈ। ਤਾਂ ਇੱਧਰ ਮੁਲਾਜ਼ਮ ਪਹਿਲਾਂ ਹੀ ਪਹੁੰਚ ਗਏ, ਕਹਿੰਦੇ ਆ ਜਾਓ ਤੁਸੀਂ ਆਉਣਾ ਹੈ ਨਾ ਸੁਪਰੀਮ ਕੋਰਟ, ਆ ਜਾਓ ਮਿਲਦੇ ਆ ਤੁਹਾਨੂੰ ਅਸੀਂ ਪੱਕੀ ਵਾਲੇ ਮੋੜ ਤੇ, ਆ ਜਾਓ ਜਰਾ। ਇਹਨਾਂ ਨੇ ਜਾ ਕੇ ਕੇਵੀਐਟ ਦਾਖਲ ਕਰ ਦਿੱਤੀ ਹੈ ਸਰ, ਕੇਵੀਐਟ। ਹੁਣ ਬਾਕੀ ਗੱਲਾਂ ਰੈਪੀਟੀਸ਼ਨ ਨਾ ਦਈਏ, ਹੁਣ ਆ ਜਾਈਏ ਕਿ ਕੇਵੀਐਟ ਕੀ ਹੁੰਦੀ ਆ। ਅੱਜ ਬਹੁਤ ਸਾਰੇ ਤੁਸੀਂ ਸਮਾਚਾਰਾਂ ਦੇ ਵਿੱਚ, ਖਬਰਾਂ ਦੇ ਵਿੱਚ ਇਹ ਸ਼ਬਦ ਇਸਤੇਮਾਲ ਹੁੰਦਾ ਵੇਖਿਆ, ਸੁਣਿਆ, ਪੜਿਆ ਹੋਵੇਗਾ, ਪਰ ਕੇਵੀਐਟ ਪਟੀਸ਼ਨ ਦਾ ਮਨੋਰਥ ਕੀ ਹੁੰਦਾ ਹੈ ਜ਼ਰਾ ਸੁਣਨਾ। ਕਾਨੂੰਨੀ ਪ੍ਰਕਿਰਿਆ ਦੇ ਮੁਤਾਬਕ ਜਦੋਂ ਵੀ ਕਿਸੇ ਉੱਚ ਅਦਾਲਤ ਦੇ ਫੈਸਲੇ ਤੋਂ ਅਸੰਤੁਸ਼ਟ ਹੋ ਕੇ ਦੂਜੀ ਧਿਰ ਜਾਂ ਕਹਿ ਲਓ ਕਿ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਇਜਾਜ਼ਤ ਪਟੀਸ਼ਨ, ਸਪੈਸ਼ਲ ਲੀਵ ਪਟੀਸ਼ਨ ਦਾਇਰ ਕਰਨ ਦੀ ਤਿਆਰੀ 'ਚ ਹੁੰਦੀ ਹੈ, ਤਾਂ ਪਹਿਲੀ ਧਿਰ ਅਦਾਲਤ 'ਚ ਆਪਣਾ ਪੱਖ ਰੱਖਣ ਲਈ ਪਹਿਲਾਂ ਹੀ ਕੇਵੀਐਟ ਦਾਖਲ ਕਰ ਦਿੰਦੀ ਹੈ। ਸਮਝ ਗਏ ਤੁਸੀਂ? ਮਤਲਬ ਕਿ SLP ਪਾਉਣੀ ਜਿਵੇਂ ਉਹਨਾਂ ਦਾ ਭਾਰਤੀ ਸੰਵਿਧਾਨ ਦੇ ਅਨੁਸਾਰ ਕਹਿ ਲਓ ਅਧਿਕਾਰ ਹੈ। ਕਿਹਨਾਂ ਦਾ? ਕਿਹੜੀ ਪਾਰਟੀ ਹੋ ਗਈ ਦੂਜੀ ਪਾਰਟੀ? ਪੰਜਾਬ ਸਰਕਾਰ ਜੀ। SLP ਲਈ ਜਾਣਗੇ ਇਹਨਾਂ ਦਾ ਮਤਲਬ ਕਿ ਆਰਟੀਕਲ ਦੇ ਵਿੱਚ ਨਾ ਧਾਰਾ ਹੁੰਦੀ ਆ, ਉਹਦੇ ਤਹਿਤ ਜਾ ਸਕਦੇ ਆ। ਤਾਂ ਉਸੇ ਹੀ ਸੰਵਿਧਾਨ ਦੇ ਵਿੱਚ ਇਹ ਆ ਕਿ ਪਹਿਲੀ ਪਾਰਟੀ ਕਿਹੜੀ ਹੋ ਗਈ? ਜਿਹੜੀ ਜੇਤੂ ਪਾਰਟੀ ਹਾਈ ਕੋਰਟ 'ਚ, ਉਹ ਪਹਿਲਾਂ ਹੀ ਜਾ ਕੇ ਕੇਵੀਐਟ ਦਾਖਲ ਕਰ ਸਕਦੀ ਆ। ਹੁਣ ਕੇਵੀਐਟ ਦਾ ਮਨੋਰਥ ਕੀ ਆ? ਸਵਾਲ ਪੈਦਾ ਹੋਏਗਾ। ਇਸ ਦਾ ਸਿੱਧਾ ਮਤਲਬ ਇਹ ਹੁੰਦਾ ਹੈ ਕਿ ਜੇਕਰ ਪੰਜਾਬ ਸਰਕਾਰ, ਹੁਣ ਮੰਨ ਲਈਏ ਇਹ ਵਾਲੀ ਪਾਰਟੀ ਕਹ ਲਓ B ਵਾਲੀ ਪਾਰਟੀ ਹੋ ਗਈ, ਤਾਂ B ਵਾਲੀ ਪਾਰਟੀ ਯਾਨੀ ਪੰਜਾਬ ਸਰਕਾਰ ਡੀਏ ਜਾਂ ਡੀਆਰ ਸੰਬੰਧੀ ਫੈਸਲੇ ਨੂੰ ਚੁਣੌਤੀ ਦੇਣ ਵਾਸਤੇ ਸੁਪਰੀਮ ਕੋਰਟ ਪੁੱਜਦੀ ਹੈ, ਤਾਂ ਸੁਪਰੀਮ ਕੋਰਟ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਪੱਖ ਸੁਣੇ ਬਿਨਾ ਪੰਜਾਬ ਸਰਕਾਰ ਦੇ ਹੱਕ ਵਿੱਚ ਸਟੇ ਨਹੀਂ ਦੇ ਸਕਦਾ, ਸਿੱਧੇ ਤੌਰ ਤੇ ਇੱਕ ਤਰਫਾ। ਸਮਝ ਗਏ ਤੁਸੀਂ?
ਯਾਨੀ ਬਿਲਕੁਲ ਖੜੇ ਪੈਰ ਫੌਰੀ ਰਾਹਤ ਮਿਲਣ ਦੀ ਸੰਭਾਵਨਾ ਖਤਮ ਹੋ ਜਾਂਦੀ ਆ। ਕਿ ਜਿੱਦਾਂ ਮੰਨ ਲਓ ਏ ਤੇ ਬੀ, ਤੁਸੀਂ ਜੀ ਉਹ ਏ ਪਾਰਟੀ, ਮੈਂ ਬੀ ਪਾਰਟੀ ਆ, ਮੈਂ ਹਾਰਿਆ, ਮੈਂ ਗਿਆ ਸੁਪਰੀਮ ਕੋਰਟ SLP ਲੈ ਕੇ, ਤਾਂ ਤੁਸੀਂ ਪਹਿਲਾਂ ਹੀ ਜਾ ਕੇ ਕਿਹਾ ਕਿ ਕੇਵੀਅਟ, ਕਿ ਤੁਸੀਂ ਜਿਹੜਾ ਹਾਈ ਕੋਰਟ ਦਾ ਫੈਸਲਾ ਤੁਰੰਤ ਸਟੇ ਨਹੀਂ ਕਰੋਗੇ ਮੈਨੂੰ ਸੁਣੇ ਤੋਂ ਬਗੈਰ। ਜੀ ਸੋ ਮੁਲਾਜ਼ਮਾਂ ਨੇ ਅੱਗਲ ਵੱਡੀ ਹੋ ਕੇ, ਅੱਗੇ ਹੋ ਕੇ ਇਹਨਾਂ ਨੂੰ ਘੇਰਾ ਕੱਤ ਲਿਆ, ਘੇਰਾ ਕੱਤ ਲਿਆ। ਹੁਣ ਇਹ ਕਿੱਧਰ ਭੱਜਣਗੇ, ਕਿੱਧਰ ਨੱਸਣਗੇ, ਬਹੁਤ ਔਖਾ ਹੋ ਗਿਆ ਜੀ। ਗੁਰਪ੍ਰੀਤ ਕਹਿੰਦੇ ਹੁੰਦੇ ਆ ਨਾ, ਜਦੋਂ ਦਿਨ ਚੰਗੇ ਹੋਣ ਤੇ ਫਿਰ ਤੇ ਭੁੱਜੇ ਵੀ ਉੱਗ ਪੈਂਦੇ ਆ, ਤੇ ਜਦੋਂ ਇਹ ਚੰਦਰੇ ਦਿਨ ਮਾੜੇ ਆ ਜਾਂਦੇ ਆ ਨਾ, ਫਿਰ ਦਹੀਂ ਨਾਲ ਵੀ ਦਾੜਾਂ ਟੁੱਟਣੀਆਂ ਸਟਾਰਟ ਹੋ ਜਾਂਦੀਆਂ ਸਰ। ਇਹ ਕਹਾਣੀਆਂ ਨੇ। ਤਾਂ ਹੁਣ ਇਹਨਾਂ ਦਾ ਸਮਾਂ, ਚੰਗਾ ਸਮਾਂ ਢਲ ਗਿਆ, ਕੁਝ ਸੰਭਾਲਿਆ ਨਾ ਗਿਆ। ਸਮਾਂ ਵੈਸੇ ਵੀ ਤੁਹਾਨੂੰ ਪਤਾ ਹੀ ਆ, ਇਉਂ ਕਿਰ ਜਾਂਦਾ ਜਿਵੇਂ ਰੇਤ ਮੁੱਠੀ ਦੇ ਵਿੱਚੋਂ। ਤਾਂ ਫਿਲਹਾਲ ਕਸੂਤੇ ਕਰ ਗਏ ਆ। ਇੱਕ ਤਾਂ ਇੱਧਰ ਬੜੀਆਂ ਜਥੇਬੰਦੀਆਂ ਹੋਰ ਆਪਣੇ ਹੱਕ, ਆਪਣੇ ਰਾਈਟਸ ਉਹ ਮੰਗ ਰਹੀਆਂ, ਤੇ ਦੂਸਰੇ ਪਾਸੇ ਜੇਕਰ ਡੀਏ ਦੇਣਾ ਪਿਆ, ਬਹੁਤ ਔਖਾ ਹੋ ਜਾਏਗਾ ਸਰ, ਬਹੁਤ ਔਖਾ ਹੋ ਜਾਏਗਾ। ਬਿਲਕੁਲ। ਇਸ ਤੋਂ ਅੱਗੇ ਚੱਲੀਏ ਤਾਂ ਤਰੁਣ ਤੇਜਪਾਲ ਬਲਾਤਕਾਰ ਦਾ ਦੋਸ਼ੀ ਕਰਾਰ ਦੇ ਦਿੱਤਾ ਗਿਆ। ਹਾਂ 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 ਬਈ ਕਿਆ ਪੱਤਰਕਾਰੀ ਸੀ ਇਹਨਾਂ ਬੰਦਿਆਂ ਦੀ। ਕਿਸੇ ਸਮੇਂ ਤੇ ਵੇਖ ਲਓ, ਅਸੀਂ ਕੀ ਬਣ ਗਏ, ਨਾ ਸਮਝ ਸਕੇ ਨਾ ਸੋਚ ਸਕੇ, ਅਸੀਂ ਰੀਣ ਦੇ ਵਾਂਗੂ ਹਾਂ ਛਣ ਗਏ, ਨਾ ਰੱਖ ਸਕੇ ਨਾ ਵੋਚ ਸਕੇ। ਤਾਂ ਬਈ ਕਹਾਣੀਆਂ ਕਈ ਵਾਰ ਸਮੇਂ ਦੇ ਅਨੁਸਾਰ ਚਲਦੀਆਂ ਚਲਦੀਆਂ ਬੰਦੇ ਨੂੰ ਕਿਤੋਂ ਚੱਕ ਕੇ ਕਿਤੇ ਲੈ ਜਾਂਦੀਆਂ। ਤਰੁਣ ਤੇਜਪਾਲ, ਤੁਸੀਂ ਤੇ ਸ਼ਾਇਦ ਇਹ ਨਾਮ ਹੁਣ ਸੁਣੇ ਹੋਣਗੇ, ਪਰ ਜਿਨ੍ਹਾਂ ਨੇ ਖਬਰੀ ਦੁਨੀਆ ਦੇ ਨਾਲ ਬਹੁਤ ਲੰਮੇ ਸਮੇਂ ਤੋਂ ਵਾਸਤਾ ਰੱਖਿਆ, ਉਹਨਾਂ ਵਾਸਤੇ ਇਹ ਨਾਂ ਨਵੇਂ ਨਹੀਂ। ਤਰੁਣ ਤੇਜਪਾਲ ਬੜਾ ਵੱਡਾ ਨਾਮ ਸੀ ਪੱਤਰਕਾਰਤਾ ਦੇ ਵਿੱਚ। ਅੱਜ 2013 ਦੇ ਇੱਕ ਬਲਾਤਕਾਰ ਮਾਮਲੇ ਦੇ ਵਿੱਚ ਇਹਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਦੋਸ਼ ਇਹ ਆ ਕਿ ਗੋਆ ਦੇ ਵਿੱਚ ਥਿੰਕ ਫੈਸਟ ਦੇ ਦੌਰਾਨ 7 ਤੇ 8 ਨਵੰਬਰ ਦੀ ਰਾਤ ਹੋਟਲ ਦੀ ਲਿਫਟ ਦੇ ਵਿੱਚ ਤਰੁਣ ਤੇਜਪਾਲ ਨੇ 2 ਵਾਰੀ ਮਹਿਲਾ ਪੱਤਰਕਾਰ ਜਿਹੜੀ BBC ਉਹਦੇ ਨਾਲ ਗਲਤ ਕੰਮ ਕੀਤਾ। ਹੁਣ ਤੇਜਪਾਲ ਨੂੰ ਅਸਲ ਦੇ ਵਿੱਚ ਕੀ ਆ ਕਿ ਟ੍ਰਾਇਲ ਕੋਰਟ ਨੇ ਛੱਡ ਦਿੱਤਾ ਸੀਗਾ ਜੀ। ਟ੍ਰਾਇਲ ਕੋਰਟ ਨੇ ਛੱਡ ਦਿੱਤਾ ਸੀ। ਕੋਰਟ ਨੇ ਤੇਜਪਾਲ ਨੂੰ IPC ਦੀ ਧਾਰਾ 376(2)F 376(2)K 354A ਤੇ 354B ਦੇ ਤਹਿਤ ਦੋਸ਼ੀ ਮੰਨਿਆ। ਇਹ ਧਾਰਾਵਾਂ ਜਿਹੜੀਆਂ ਬਲਾਤਕਾਰ ਜਾਂ ਯੌਨ ਸ਼ੋਸ਼ਣ ਜਾਂ ਮਹਿਲਾ ਨੂੰ ਨਿਰਵਸਤਰ ਕਰਨ ਦੇ ਇਰਾਦੇ ਤੋਂ ਹਮਲਾ ਕਰਨ ਨਾਲ ਸੰਬੰਧਿਤ ਹੁੰਦੀਆਂ ਹਨ। ਤਾਂ ਇਹਦੇ ਵਿੱਚ ਕੀ ਹੈ ਕਿ ਮਾਫੀ ਮੰਗਣ ਵਾਲੇ ਈਮੇਲ ਜਿਹੜੇ ਆ ਉਹਨਾਂ ਦੀ ਅਹਿਮੀਅਤ ਹਾਈ ਕੋਰਟ ਨੇ ਮੰਨਿਆ ਕਿ ਬਹੁਤ ਹੈ, ਤੇ ਜਦ ਕਿ ਟ੍ਰਾਇਲ ਕੋਰਟ ਨੇ ਇਹਨਾਂ ਨੂੰ ਅਣਗੌਲਿਆ ਕੀਤਾ। ਟ੍ਰਾਇਲ ਕੋਰਟ ਨੇ ਤਰੁਣ ਤੇਜਪਾਲ ਨੂੰ ਬਰੀ ਕਰ ਦਿੱਤਾ ਸੀ। ਤਰੁਣ ਤੇਜਪਾਲ ਹੋਰਾਂ ਦਾ ਜੇ ਮੈਂ ਤੁਹਾਨੂੰ ਥੋੜਾ ਜਿਹਾ ਪਿਛੋਕੜ ਦੱਸਾਂ ਗੁਰਪ੍ਰੀਤ, ਤਰੁਣ ਤੇਜਪਾਲ ਹੋਰੀ ਪੱਤਰਕਾਰਤਾ ਦੇ ਵਿੱਚ ਬੜਾ ਵੱਡਾ ਨਾਮ ਸਨ। ਤੇ ਫਿਰ ਉਸ ਤੋਂ ਬਾਅਦ 1998 ਵਿੱਚ ਜਦੋਂ ਇਹਨਾਂ ਨੇ ਆਪਣੀ ਪਬਲਿਸ਼ਿੰਗ ਸ਼ੁਰੂ ਕੀਤੀ ਇੰਡੀਆ ਇੰਕ, ਤਾਂ ਜਿਹੜੀ ਅਰੁੰਧਤੀ ਰਾਏ ਆ, ਇਹ ਤਾਂ ਸੁਣਿਆ ਹੋਣਾ ਤੁਸੀਂ ਨਾਂ, ਜਲੰਧਰ ਵੀ ਆਈ ਆ ਮੈਨੂੰ ਲੱਗਦਾ ਕਈ ਵਾਰ। ਬਿਲਕੁਲ। ਇਹਦਾ ਇੱਕ ਨਾਵਲ ਸੀ ਦ ਗॉड ਆਫ ਸਮਾਲ ਥਿੰਗਸ। ਓਹੋ ਭਾਈ, ਮਤਲਬ ਕਿ ਉਸ ਟਾਈਮ ਸ਼ਾਇਦ ਬੁੱਕਰ ਪੁਰਸਕਾਰ ਮਿਲਿਆ ਸੀ ਇਸ ਜੀ। ਤਾਂ ਉਸ ਤੋਂ ਬਾਅਦ 2000 ਦੇ ਵਿੱਚ ਅਨੁਰਿਧ ਬਹਿਲ, ਇਹ ਵੀ ਬੜਾ ਵੱਡਾ ਨਾਮ ਹੈ, ਇਹਦੇ ਨਾਲ ਰਲ ਕੇ ਇਹਨਾਂ ਨੇ ਇੱਕ ਇਨਵੈਸਟੀਗੇਟਿਵ ਵੈਬਸਾਈਟ ਤਹਿਲਕਾ ਸ਼ੁਰੂ ਕੀਤੀ ਸੀ ਜੀ। 2004 ਦੇ ਵਿੱਚ ਫਿਰ ਇਹਨਾਂ ਨੇ ਇੱਕ ਟੈਬਲਾਈਡ ਨਿਊਜ਼ਪੇਪਰ ਲਿਆਂਦਾ, ਇਹਨੂੰ ਤਬਦੀਲ ਕਰਕੇ, ਤੇ 2007 ਦੇ ਵਿੱਚ ਫਿਰ ਇਹਨੂੰ ਇੱਕ ਮੈਗਜ਼ੀਨ ਦਾ ਰੂਪ ਦੇ ਦਿੱਤਾ ਗਿਆ ਸੀਗਾ। ਇਹ ਤੁਹਾਨੂੰ ਮੈਂ ਹੋਰ ਦੱਸ ਦੇਵਾਂ, ਤਰੁਣ ਤੇਜਪਾਲ ਤੁਹਾਡੇ ਸ਼ਹਿਰ ਦਾ ਹੈ, ਤੁਹਾਨੂੰ ਪਤਾ ਇਸ ਗੱਲ ਦਾ? ਜੀ ਨਹੀਂ। ਨਹੀਂ ਪਤਾ? ਜੀ ਨਹੀਂ। ਤਹਿਲਕਾ ਵਾਲਾ ਤਰੁਣ ਤੇਜਪਾਲ ਜਲੰਧਰੀ ਹੈ ਜੀ। ਇਹਦਾ ਜਨਮ ਜਲੰਧਰ ਦੇ ਵਿੱਚ ਹੋਇਆ ਸੀਗਾ। 1980 ਚ ਦਾ ਇੰਡੀਅਨ ਐਕਸਪ੍ਰੈਸ ਤੋਂ ਕਰੀਅਰ ਦੀ ਸ਼ੁਰੂਆਤ ਕੀਤੀ। ਫਿਰ ਇੰਡੀਆ ਟੁਡੇ ਗਰੁੱਪ ਦੇ ਨਾਲ ਰਿਹਾ, ਫਾਈਨੈਂਸ਼ੀਅਲ ਐਕਸਪ੍ਰੈਸ ਦੇ ਨਾਲ ਕੰਮ ਕੀਤਾ, ਫਿਰ ਆਊਟਲੁੱਕ ਦੇ ਵਿੱਚ ਕੰਮ ਕੀਤਾ। ਯਾਨੀ ਇਸ ਤੋਂ ਬਾਅਦ ਫਿਰ ਤਹਿਲਕਾ ਦਾ ਨੀਂਹ ਪੱਥਰ ਰੱਖਿਆ ਸੀ ਇਹਨਾਂ ਨੇ। ਯਾਨੀ ਇਹ ਹੈ ਇਹਦੀ
ਕਹਿ ਲਓ ਕਿ ਪੱਤਰਕਾਰਤਾ ਦੀ ਯਾਤਰਾ। ਤੇ ਉਸ ਤੋਂ ਬਾਅਦ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਪੀੜਤਾ ਨੇ ਕਿਹਾ ਕਿ ਤਹਿਲਕਾ ਦੇ ਵਿੱਚ ਸ਼ਿਕਾਇਤ ਕੀਤੀ ਸੀ, FIR ਦਰਜ ਹੋਈ ਸੀ। ਉਸ ਤੋਂ ਬਾਅਦ ਇਹ ਮਾਮਲਾ ਟ੍ਰਾਇਲ ਕੋਰਟ 'ਚ ਗਿਆ, ਜਿੱਥੋਂ ਇਹਨੂੰ ਬਰੀ ਕਰ ਦਿੱਤਾ ਗਿਆ। ਉਦੋਂ ਇਹ ਵੀ ਥਿਊਰੀ ਦਿੱਤੀ ਗਈ ਸੀ ਕਿ ਤਹਿਲਕਾ ਵਾਲਿਆਂ ਨੂੰ ਦਬਾਉਣ ਵਾਸਤੇ ਅਜਿਹਾ ਕੀਤਾ ਗਿਆ ਹੈ, ਇਹ ਵੀ ਥਿਊਰੀ ਨਾਲ ਚੱਲੀ ਸੀ। ਤੇ ਟ੍ਰਾਇਲ ਕੋਰਟ ਨੇ ਬਰੀ ਕਰ ਦਿੱਤਾ। ਤਰੁਣ ਤੇਜਪਾਲ ਕਦੇ ਵੀ ਫਿਰ ਉਸ ਤੋਂ ਬਾਅਦ ਮੋਦੀ ਸਰਕਾਰ ਦੇ ਖਿਲਾਫ ਬੋਲਿਆ ਹੀ ਨਹੀਂ। ਠੀਕ ਹੈ ਨਾ ਜੀ। ਤੁਸੀਂ ਕਦੇ ਏਡੇ ਵੱਡੇ ਪੱਤਰਕਾਰ ਨੂੰ ਮੈਨੂੰ ਲੱਗਦਾ ਟਵੀਟ ਤੇ ਵੀ ਨਹੀਂ ਵੇਖਿਆ ਹੋਣਾ ਜੀ। ਸ਼ਾਇਦ ਗੁਰਪ੍ਰੀਤ, ਤੁਸੀਂ ਬਹੁਤ ਐਕਟਿਵ, ਮੇਰੇ ਮੁਕਾਬਲੇ ਬਹੁਤ ਐਕਟਿਵ ਨੌਜਵਾਨ ਪੱਤਰਕਾਰ ਹੋ। ਮੈਂ ਬਹੁਤ ਇਹ ਚੀਜ਼ਾਂ ਘੱਟ ਸੀਮਤ ਵਰਤਦਾ ਵਾਂ। ਤਾਂ ਯਾਨੀ ਤਰੁਣ ਤੇਜਪਾਲ ਬਿਲਕੁਲ ਗੁੰਮਨਾਮ ਹੋ ਗਿਆ ਸੀਗਾ ਕਿ ਖੜਾ ਛੁੱਟ ਗਿਆ। ਪਹਿਲਾਂ ਜੇਲ੍ਹ 'ਚ ਰਿਹਾ, ਫਿਰ ਟ੍ਰਾਇਲ ਕੋਰਟ ਨੇ ਬਰੀ ਕਰਤਾ। ਪਰ ਉਹ ਮਾਮਲਾ ਗੋਆ ਸਰਕਾਰ ਜਿਹੜੀ ਹੈ ਨਾ, ਟ੍ਰਾਇਲ ਕੋਰਟ ਵਾਲਾ, ਉਹ ਲੈ ਗਈ ਸੀ ਹਾਈ ਕੋਰਟ। ਹਾਈ ਕੋਰਟ ਨੇ ਤਰੁਣ ਤੇਜਪਾਲ ਨੂੰ ਦੋਸ਼ੀ ਮੰਨ ਦਿੱਤਾ। ਸਜ਼ਾ ਹਾਲੇ ਸੁਣਾਉਣੀ ਬਾਕੀ ਆ ਜੀ। ਤੇ ਉਧਰ ਜਹਾਜ਼ਾਂ ਵਿੱਚ ਕਹਿੰਦੇ ਏਥਨੋਲ ਮਿਕਸਡ ਤੇਲ ਪਾਉਣ ਦੀ ਹਾਲੇ ਤਾਂ ਸਾਡੀ ਕੋਈ ਸਲਾਹ ਨਹੀਂ ਹੈ, ਆਉਣ ਵਾਲੇ ਸਮੇਂ ਦਾ ਪਤਾ ਕੋਈ ਨਹੀਂ। ਹਾਂ ਜੀ, ਦਿਲ ਨਾਲ ਦੱਸੂਗੀ ਸਲਾਹ ਕਰਕੇ ਹੈ। ਤਾਂ ਗੱਲ ਇਹ ਆ ਕਿ ਹਾਲੇ ਤੇ ਕਹਿੰਦੇ ਵੀ ਕੰਮ ਕੱਚਾ ਪੱਕਾ ਹੀ ਆ, ਫੇਰ ਤੁਹਾਨੂੰ ਦੱਸਾਂਗੇ। ਵੇਖੋ, ਐਥਨੋਲ ਤੋਂ ਪਿੱਛੇ ਹਟਣਗੇ ਸਰ, ਐਥਨੋਲ ਤੋਂ ਤਾਂ ਪਿੱਛੇ ਹਟਣਗੇ। E30 ਨਹੀਂ ਆਏਗਾ ਗੁਰਪ੍ਰੀਤ, E20 ਤੱਕ ਸ਼ਾਇਦ ਮਾਮਲਾ ਨਿਬੜ ਜਾਏਗਾ। ਬਹੁਤ ਕਸੂਤਾ ਫਸੇ ਨੇ, ਜ਼ੈਨਜ਼ੀ ਨੇ ਇਹਨਾਂ ਦੀ ਸੁਰਤ ਟਿਕਾਣੇ ਲਿਆ ਦਿੱਤੀ ਆ। ਤਾਂ ਫਿਲਹਾਲ ਜਿਹੜੇ ਕੇਂਦਰੀ ਹਵਾਬਾਜ਼ੀ ਮੰਤਰੀ ਆ ਰਾਮ ਮੋਹਨ ਨਾਇਡੂ, ਇਹਨਾਂ ਨੇ ਕਿਹਾ ਕਿ ਸਰਕਾਰ ਦਾ ਹਵਾਈ ਜਹਾਜ਼ਾਂ ਦੇ ਵਿੱਚ ਜੋ ਤੇਲ ਪੈਂਦਾ ਉਹਦੇ 'ਚ ਐਥਨੋਲ ਬਲੈਂਡ ਕਰਨ ਦਾ ਕੋਈ ਪਲਾਨ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜਹਾਜ਼ੀ ਸੁਰੱਖਿਆ ਨੂੰ ਲੈ ਕੇ ਇਸ ਤਰ੍ਹਾਂ ਦੀ ਗਲਤ ਜਾਣਕਾਰੀ ਜਾਂ ਅਫਵਾਹ ਫੈਲਾਉਣ ਨਾਲ ਯਾਤਰੀਆਂ ਦੇ ਵਿੱਚ ਬੇਵਜ੍ਹਾ ਡਰ ਤੇ ਚਿੰਤਾ ਪੈਦਾ ਹੋਵੇਗੀ। ਨਾਇਡੂ ਦਾ ਇਹ ਬਿਆਨ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਉਸ ਦਾਅਵੇ ਤੋਂ ਬਾਅਦ ਆਇਆ, ਜਿਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਕੇਂਦਰ ਸਰਕਾਰ ਜਿਹੜੀ ਆ ਜਹਾਜ਼ਾਂ ਦੇ ਤੇਲ ਦੇ ਵਿੱਚ ਐਥਨੋਲ ਮਿਲਾਉਣ ਦੀ ਸਕੀਮ ਜਿਹੜੀ ਹੈ ਉਹ ਘਟ ਰਹੀ ਹੈ। ਵੈਸੇ ਤੁਹਾਨੂੰ ਪਤਾ ਹੀ ਆ ਕਿ ਇਹਨਾਂ ਦਾ ਅਕਾਊਂਟ ਵੀ ਮੈਨੂੰ ਲੱਗਦਾ ਕਿ ਚੱਕ ਦਿੱਤਾ ਇੰਡੀਆ 'ਚ, ਸ਼ਾਇਦ ਇੰਸਟਾ ਵਾਲਾ ਕੇਜਰੀਵਾਲ ਹੋਰਾਂ ਦਾ। ਤਾਂ ਗੱਲ ਇਹ ਆ ਕਿ ਜੇ ਤੁਸੀਂ ਬਿਨਾਂ ਤੱਥਾਂ ਤੋਂ ਕੋਈ ਇਸ ਤਰ੍ਹਾਂ ਦਾ ਦਾਅਵਾ ਕਰੋਗੇ ਤਾਂ ਫਿਰ ਤੁਹਾਡੇ ਅਕਾਊਂਟ ਨਾ ਚੱਕਣ ਤੇ ਹੋਰ ਕੀ ਕਰਨ ਜੀ। ਚਲੋ, ਮੈਂ ਫਿਰ ਵੀ ਕਹਿਣਾ ਕਿ ਜੇ ਕੋਈ ਇਸ ਤਰ੍ਹਾਂ ਦਾ ਵੱਡਾ ਲੀਡਰ ਹੋ ਸਕਦਾ ਕਿ ਉਹ, ਜਿਵੇਂ ਮੈਂ ਕਹਿ ਰਿਹਾ ਕਿ ਮੈਂ ਡਾਕੂਮੈਂਟ ਨਹੀਂ ਡਿਸਕਲੋਜ਼ ਕਰ ਸਕਦਾ ਫਿਲਹਾਲ, ਤਾਂ ਉਸ ਤਰ੍ਹਾਂ ਇਹ ਵੀ ਕਿਤੇ ਨਾ ਕਿਤੇ ਮਤਲਬ ਕਿ ਨਹੀਂ ਕੋਈ ਤੱਥ ਉਜਾਗਰ ਕਰ ਸਕਦੇ, ਤਾਂ ਘੱਟੋ ਘੱਟ ਸਫਾਈ ਦਿੱਤੀ ਜਾ ਸਕਦੀ। ਅਕਾਊਂਟ ਡਿਲੀਟ ਕਰਨ ਦਾ ਜਾਂ ਸਸਪੈਂਡ ਕਰਨ ਦਾ ਤਾਂ ਮਤਲਬ ਹੀ ਨਹੀਂ ਬਣਦਾ। ਅਸੀਂ ਇਸ ਮਾਮਲੇ 'ਚ ਇਹਨਾਂ ਦੇ ਨਾਲ ਆ, ਪਰ ਇਹਨਾਂ ਨੇ ਜੋ ਸਾਡੇ ਬੱਚਿਆਂ ਦੇ ਪੇਜ ਉਡਾਏ ਨੇ, ਸਾਡੇ ਕਈ ਬਾਹਰਲੇ ਸਾਡੇ ਅਦਾਰੇ, ਮੈਨੂੰ ਲੱਗਦਾ ਪੰਜਾਬੀ ਰੇਡੀਓ US ਨੂੰ ਵੀ ਇੰਡੀਆ 'ਚ ਬੈਨ ਕਰਤਾ ਸੀ ਇਹਨਾਂ ਨੇ। ਬਿਲਕੁਲ ਮਤਲਬ ਅਸੀਂ ਬਿਲਕੁਲ, ਗੱਲ ਇਹ ਆ ਕਿ ਮੈਂ ਤੇ ਕਹਿੰਦਾ ਹੁੰਦਾ, ਚਾਹੇ ਅਰਵਿੰਦ ਆ ਤੇ ਚਾਹੇ ਅਮਰਤਪਾਲ ਆ, ਮੈਨੂੰ ਉਹਨਾਂ ਦੋਨਾਂ ਦੀ ਬੋਲਣ ਦੀ ਆਜ਼ਾਦੀ ਚਾਹੀਦੀ ਆ, ਉਦੋਂ ਤੱਕ ਜਦੋਂ ਤੱਕ ਉਹ ਸ਼ਾਂਤਮਈ ਢੰਗ ਨਾਲ ਆਪਣਾ ਹੱਕ ਮੰਗਦੇ ਆ ਜਾਂ ਕਿਸੇ ਦੀ ਮੁਖਾਲਫਤ ਕਰਦੇ ਆ, ਕੋਈ ਫਰਕ ਨਹੀਂ ਪੈਂਦਾ। ਤੋ ਗੱਲ ਇਹ ਆ ਕਿ ਬਈ ਤੁਸੀਂ ਆਪਣੇ ਪੈਰਾਂ ਵੱਲ ਵੀ ਵੇਖ ਲਓ ਨਾ ਕਿ ਤੁਹਾਡੇ ਪੈਰਾਂ 'ਚ ਕਿੰਨਾ ਕੁ ਗੁਨਾਹ ਪਿਆ ਵਾ। ਉਹ ਖੈਰ ਗੱਲ ਇਹ ਹੈ ਕਿ ਸਥਿਤੀ ਸਪਸ਼ਟ ਹੋ ਗਈ ਕਿ ਸਰਕਾਰ ਇਸ ਮਾਮਲੇ ਦੇ ਵਿੱਚ ਬੜੀ ਦਾਬੂ ਆ ਗੁਰਪ੍ਰੀਤ। ਐਥਨੋਲ ਵਾਲੇ ਮਾਮਲੇ ਦੇ ਵਿੱਚ ਇਹਨਾਂ ਨੂੰ ਇਹ ਹੈ ਕਿ ਜ਼ੈਨਜ਼ੀ ਤੋਂ ਬਾਅਦ ਜੇ ਇਹ ਵੀ ਮਤਲਬ ਇੱਕ ਗਲ ਦੀ ਹੱਡੀ ਬਣ ਗਈ ਤੇ ਮਸਲੇ ਨਿਬੇੜਨੇ ਬਹੁਤ ਔਖੇ ਹੋ ਜਾਣਗੇ। ਸੋ ਅੱਜ ਇਹਨਾਂ ਨੇ ਸਾਫ਼ ਕਰ ਦਿੱਤਾ ਹੈ। ਅਰਵਿੰਦ ਕੇਜਰੀਵਾਲ ਇਹ ਮੁੱਦਾ ਲਗਾਤਾਰ ਚੁੱਕ ਰਹੇ ਨੇ ਤੇ ਮੇਰੇ ਖਿਆਲ ਦੇ ਨਾਲ ਕਾਬਲੇ ਤਾਰੀਫ ਢੰਗ ਨਾਲ ਚੱਕ ਰਹੇ ਆ। ਜਿਹੜੀ ਗੱਲ ਦੀ ਤਾਰੀਫ ਬਣਦੀ ਆ ਉਹਨੂੰ ਆਪਾਂ ਤਾਰੀਫ ਵੀ ਦੇਈਏ ਤੇ ਕੋਈ ਮਾੜੀ ਗੱਲ ਨਹੀਂ। ਬਿਲਕੁਲ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।